ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ 부ਝਾਈ, ਜੈਸੇ ਸੱਚ ਮੇਂ ਰਹੋ ਰਜਾਈ। ਤੇਰੇ ਗੁਣ ਗਾਵਾਂ ਦੇਹ 부ਝਾਈ, जैसे सच में रहो रजाई। वाहिगुरु जी का खालसा वाहिगुरु जी की फतेह। गुरु प्यारी गुरु रूह साध संगत जीओ, आप सारे माई भाई रोजाना ही ਅੰਮ੍ਰਿਤ ਵੇਲੇ ਜਾਗ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਨਾਲ ਜੁੜਦੇ ਹੋ। ਸਤਿਗੁਰੂ ਦੀ ਬਖਸ਼ਿਸ਼ਾਂ ਆਪਣੀ ਝੋਲੀ ਵਿੱਚ ਪਾਉਂਦੇ ਹੋ। ਇਹ ਵੱਡੇ ਤੇ ਉੱਚੇ ਕਰਮਾਂ ਦੀ ਨਿਸ਼ਾਨੀ ਹੈ। ਵਡਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਧੂਰ ਨਾਨਕ ਦਾਸ ਬਾਛੈ, ਜਿਨ ਹਰ ਨਾਮ ਹਿਰਦੈ ਪਰੋਈ। ਇਹ ਵੱਡੇ ਭਾਗ ਹੁੰਦੇ ਹਨ, ਤਾਂ ਹੀ ਇਹ ਸੰਗਤ ਪ੍ਰਾਪਤ ਹੁੰਦੀ ਹੈ। ਸੋ ਆਓ, ਪਿਛਲੇ ਸਮੇਂ ਤੋਂ ਸ੍ਰੀ ਜਪਜੀ ਸਾਹਿਬ ਜੀ ਦੀ ਲੜੀਵਾਰ ਵਿਚਾਰ ਗੁਰੂ ਸਾਹਿਬ ਸੇਵਾ ਲੈ ਰਹੇ ਹਨ। 31 ਪੌੜੀਆਂ ਦੀ ਵਿਚਾਰ ਅਸੀਂ ਮਿਲ ਬੈਠ ਕੇ ਸਾਂਝ ਕੀਤੀ ਹੈ। ਆਓ ਅੱਜ ਸਤਿਗੁਰਾਂ ਪਾਸੋਂ ਜੋ ਮਹਾਰਾਜ ਦਾ 32ਵੀਂ ਪੌੜੀ ਦੇ ਅੰਦਰ ਕੀ ਮਹਾਰਾਜ ਬਖਸ਼ਿਸ਼ ਕਰਦੇ ਪਏ ਹਨ, ਆਓ ਉਸ ਨੂੰ ਅਸੀਂ ਸਮਝਣ ਦਾ ਯਤਨ ਕਰੀਏ। ਗੁਰੂ ਸਾਹਿਬ ਮਿਹਰਮਤ ਭਰਿਆ ਹੱਥ ਰੱਖਣ, ਆਪਣੀ ਸੇਵਾ ਆਪਣੇ ਸੇਵਕ ਪਾਸੋਂ ਰਸਨਾ 'ਤੇ ਬੈਠ ਕੇ ਸੇਵਾ ਲੈਣ। ਮਨ ਬਿਰਤੀਆਂ ਇਕਾਗਰ ਕਰੀਏ। ਸਾਰੇ ਪਿਆਰ ਵਿੱਚ ਕਹੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਫੇਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਇੱਕ ਦੂ ਜੀਬੋ ਲੱਖ ਹੋਏ, ਲੱਖ ਹੋਵਹਿ ਲੱਖ ਵੀਸ। ਲੱਖ ਲੱਖ ਗੇੜਾ ਆਖੀਐ, ਇੱਕ ਨਾਮ ਜਗਦੀਸ਼। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜਿਸ ਤਰ੍ਹਾਂ ਪਿਛਲੀਆਂ 4 ਪੌੜੀਆਂ ਆਦੇਸ ਤਿਸੈ ਆਦੇਸ ਦੀਆਂ ਜੋਗੀ ਤੇ ਸਿੱਧਾਂ ਨੂੰ, ਜਿਹੜੇ ਧਰਮ ਦੇ ਰਾਹ ਤੋਂ ਭੁੱਲੇ ਹੋਏ ਸਨ, ਭਰਮ ਭੁਲੇਖਿਆਂ ਵਿੱਚ ਪਏ ਹੋਏ ਸਨ, ਉਹਨਾਂ ਨੂੰ ਉਸ ਪਰਮਾਤਮਾ ਦਾ ਇੱਕ ਨਵੇਕਲਾ ਸਿਧਾਂਤ ਦੱਸ ਕੇ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਕ੍ਰਾਂਤੀ ਲਿਆਂਦੀ ਗਈ ਸੀ। ਸੋ ਉਹਨਾਂ ਦੇ ਹੀ ਉਸੇ ਕਨਸੈਪਟ ਦੇ ਉੱਤੇ ਸਤਿਗੁਰੂ ਇਸ ਪੌੜੀ ਦੇ ਅੰਦਰ ਕੁਝ ਇਸ ਤਰ੍ਹਾਂ ਦਾ ਖਿਆਲ ਦੇ ਰਹੇ ਹਨ ਕਿ ਭਾਈ ਉਸ ਪਰਮਾਤਮਾ ਦਾ ਨਾਮ ਕਦੀ ਵੀ ਜਪਣਾ ਹੈ ਤੇ ਉਸ ਦੇ ਵਿੱਚ ਗਿਣਤੀਆਂ ਮਿਣਤੀਆਂ ਨਾ ਕਰੋ। ਕਿਉਂਕਿ ਕਈ ਵਾਰੀ ਅਸੀਂ ਅਕਸਰ ਦੇਖਦੇ ਹਾਂ, ਜਦੋਂ ਪਰਮਾਤਮਾ ਇਤਨੀਆਂ ਬਖਸ਼ਿਸ਼ਾਂ ਕਰਦਾ ਹੈ, ਉਹਨੇ ਕਦੀ ਗਿਣਤੀ ਨਹੀਂ ਕੀਤੀ। ਪਰ ਅਸੀਂ ਜਦੋਂ ਵੀ ਪਰਮਾਤਮਾ ਦਾ ਨਾਮ ਜਪਣੇ ਹਾਂ, ਅਸੀਂ ਗਿਣਤੀਆਂ ਦੇ ਵਿੱਚ ਪੈ ਜਾਂਦੇ ਹਾਂ। ਤੋ ਇੱਕ ਗੱਲ ਪੱਕੀ ਹੈ,
ਜਦੋਂ ਪਰਮਾਤਮਾ ਦੇ ਤੁਸੀਂ ਨਾਲ ਲੱਗੋਗੇ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਜੁੜੋਗੇ, ਤੁਹਾਡੇ ਵੀ ਜੀਵਨ ਵਿੱਚ ਜਿਹੜੇ ਅਸੀਂ ਵੀ ਕਈ ਗਲਤੀਆਂ ਅਣਜਾਣੇ ਵਿੱਚ, ਮੈਂ ਕਹਾਂਗਾ ਜਾਣ ਕੇ ਨਹੀਂ, ਸਿੱਖ ਕੋਈ ਗਲਤੀ ਜਾਣ ਕੇ ਨਹੀਂ ਕਰਦਾ। ਜਦੋਂ ਅਣਜਾਣਪੁਣੇ 'ਚ ਗਲਤੀ ਹੁੰਦੀ ਹੈ, ਪਰ ਜਦੋਂ ਸੰਗਤ ਵਿੱਚ ਆਉਂਦਾ ਹੈ, ਇੱਕ ਇਸ ਤਰ੍ਹਾਂ ਮਾਨੋ ਕਿ ਜਿਸ ਤਰ੍ਹਾਂ ਗਿਆਨ ਦੀ ਇੱਕ ਆਂਧੀ ਆਉਂਦੀ ਹੈ। ਕਬੀਰ ਸਾਹਿਬ ਨੇ ਬੜਾ ਸੁੰਦਰ ਇੱਕ ਸ਼ਬਦ ਸਾਨੂੰ ਦਿੱਤਾ ਹੈ, ਕਹਿੰਦੇ ਨੇ, ਦੇਖੋ ਭਾਈ ਗਿਆਨ ਕੀ ਆਈ ਆਂਧੀ। ਦੇਖੋ, ਜਦੋਂ ਕੋਈ ਵੀ ਬੰਦਾ ਪੁਰਾਣੇ ਕਰਮ ਕਾਂਡ ਕਰ ਰਿਹਾ ਹੋਵੇ ਤੇ ਉਸ ਨੂੰ ਜਦੋਂ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਤੇ ਘੱਟੋ ਘੱਟ ਕੁਝ ਨਾ ਕੁਝ ਤੇ ਉਹਨੂੰ ਹਿਰਦੇ ਵਿੱਚ ਚੋਟ ਲੱਗਦੀ ਹੈ, ਉਹਨੂੰ ਪਛਤਾਵਾ ਹੁੰਦਾ ਹੈ। ਕੋਈ ਵੀ ਪੁਰਾਣੀ ਇਮਾਰਤ ਤੋੜ ਕੇ ਨਵੀਂ ਬਣਾਓ ਤੇ ਸੁਭਾਵਕ ਹੈ ਉਸ ਇਮਾਰਤ, ਬਣੀ ਹੋਈ ਇਮਾਰਤ, ਇੱਕ ਵਾਰੀ ਮਨ ਤੇ ਚੋਟ ਜ਼ਰੂਰ ਲੱਗਦੀ ਹੈ। ਤੋ ਕਬੀਰ ਸਾਹਿਬ ਕਹਿੰਦੇ ਨੇ, ਦੇਖੋ ਭਾਈ, ਇਹ ਦੁਨੀਆ ਦੇ ਲੋਕੋ, ਦੇਖੋ ਇਹ ਗਿਆਨ ਦੀ ਇੱਕ ਆਂਧੀ ਆਈ ਹੈ। ਦੇਖੋ, ਜਦੋਂ ਸੰਗਤ ਵਿੱਚ ਆਈਦਾ ਨਾ, ਇਹ ਗਿਆਨ ਹੀ ਮਿਲਦਾ ਹੈ ਸਾਨੂੰ ਕਿ ਅਸੀਂ ਕੀ ਕੰਮ ਕਰ ਰਹੇ ਹਾਂ। ਅਸੀਂ ਆਪਣਾ ਕੰਮ ਸਹੀ ਕਰ ਰਹੇ ਹਾਂ, ਮਿਹਨਤ ਵੀ ਕਰ ਰਹੇ ਹਾਂ, ਪਰ ਅਸੀਂ ਗੁਰੂ ਆਸ਼ਰੇ ਅਨੁਸਾਰ ਨਹੀਂ ਕਰ ਰਹੇ। ਤੋ ਗੁਰੂ ਸਾਹਿਬ ਕਹਿੰਦੇ ਨੇ, ਸਬੈ ਉਡਾਨੀ ਭ੍ਰਮ ਕੀ ਟਾਟੀ, ਰਹੇ ਨ ਮਾਇਆ ਬਾਂਦੀ। ਜਿਸ ਤਰ੍ਹਾਂ ਕੋਈ ਹਨੇਰੀ ਆਉਂਦੀ ਹੈ ਨਾ, ਸਾਰੀਆਂ ਛੱਤਾਂ, ਇਹ ਜੋ ਰਸਤੇ ਵਿੱਚ ਖੰਭੇ ਲੱਗੇ ਹੁੰਦੇ ਨੇ ਬਿਜਲੀ ਦੇ, ਹੋਰ ਵੀ ਚੀਜ਼ਾਂ ਘਰ ਨੂੰ ਤਬਾਹ ਕਰਦੀਆਂ ਹੋਈਆਂ, ਇਹ ਹਨੇਰੀ ਜਦੋਂ ਆਉਂਦੀ ਹੈ ਨਾ, ਬਹੁਤ ਕੁਝ ਬਰਬਾਦ ਕਰਕੇ ਜਾਂਦੀ ਹੈ। ਕਈਆਂ ਦੇ ਮਾਲੀ ਨੁਕਸਾਨ ਵੀ ਹੋ ਜਾਂਦੇ ਨੇ, ਜਾਨੀ ਨੁਕਸਾਨ ਵੀ ਹੁੰਦੇ ਨੇ। ਪਰ ਕਬੀਰ ਸਾਹਿਬ ਕਹਿੰਦੇ ਨੇ, ਇਹ ਜਿਹੜੀ ਗਿਆਨ ਦੀ ਜਦੋਂ ਆਂਦੀ ਹੈ ਨਾ, ਉਹ ਤੇ ਨੁਕਸਾਨ ਕਰਕੇ ਜਾਂਦੀ ਹੈ, ਪਰ ਜਿਹੜੀ ਗਿਆਨ ਦੀ ਆਂਦੀ ਹੈ ਨਾ, ਉਹ ਮਨ ਦੇ ਭਰਮਾਂ ਨੂੰ ਉਡਾ ਕੇ ਲੈ ਜਾਂਦੀ ਹੈ। ਫਿਰ ਸੁਣੋ, ਦੇਖੋ ਭਾਈ ਗਿਆਨ ਕੀ ਆਈ ਆਂਦੀ। ਜਦੋਂ ਗੁਰੂ ਦਾ ਗਿਆਨ ਜਦੋਂ ਸਾਨੂੰ ਪ੍ਰਾਪਤ ਹੁੰਦਾ ਹੈ ਨਾ, ਸਾਡੇ ਭਰਮਾਂ ਦੀ, ਸਾਡੇ ਸੰਕਿਆਂ ਦੀ, ਸਾਡੇ ਕਰਮ ਕਾਂਡਾਂ ਦੀ, ਸਾਡੇ ਕੀਤੇ ਹੋਏ ਜਿਹੜੇ ਧਰਮ ਤੋਂ ਕੁਰਾਹੇ ਪਏ ਵਾਲੇ ਕਾਰਜਾਂ ਦੀ ਇੱਕ ਜਦੋਂ ਆਂਦੀ ਹੈ, ਇਹਦੀਆਂ ਛੱਤਾਂ ਉਡਾ ਕੇ ਲੈ ਜਾਂਦੀ ਹੈ। ਤੋ ਗੁਰੂ ਸਾਹਿਬ ਇੱਥੇ ਇਹੀ ਕਹਿ ਰਹੇ ਨੇ, ਉਹ ਆਂਦੀ ਘਰਾਂ ਨੂੰ ਬਰਬਾਦ ਕਰ ਦਿੰਦੀ ਹੈ, ਜਿਹੜੀ ਪਰਮਾਤਮਾ ਵੱਲੋਂ ਇੱਕ ਉਹਦੇ ਹੁਕਮ ਵਿੱਚ ਆਉਂਦੀ ਹੈ। ਪਰ ਜਦੋਂ ਪਰਮਾਤਮਾ ਦੇ ਗਿਆਨ ਦੀ ਆਂਦੀ ਹੈ, ਉਸ ਵੇਲੇ ਇਹ ਸਾਡੇ ਸਾਰੇ ਜਿਹੜੇ ਭਰਮ ਨੇ ਖਤਮ ਹੁੰਦੇ ਨੇ। ਇਹਦੇ ਨਾਲ, ਇਸ ਆਂਦੀ ਆਉਣ ਨਾਲ ਸੁੱਖਾਂ ਦਾ ਪ੍ਰਕਾਸ਼ ਹੋ ਜਾਂਦਾ ਹੈ। ਤੋ ਗੁਰੂ ਸਾਹਿਬ ਅੱਜ ਇਸ ਕਨਸੈਪਟ ਨੂੰ ਸਾਨੂੰ ਸਮਝਾ ਰਹੇ ਨੇ, ਭਾਈ ਕੋਈ ਵੀ ਕਾਰਜ ਪਰਮਾਤਮਾ ਦਾ ਕਰੋ, ਗਿਣਤੀ ਕਰਕੇ ਨਾ ਕਰੋ। ਦੇਖੋ, ਜੇ ਪਰਮਾਤਮਾ ਦੇ ਨਾਲ ਅਸੀਂ ਗਿਣਤੀਆਂ ਦਾ ਹਿਸਾਬ ਕਰਾਂਗੇ ਨਾ, ਤੇ ਅਸੀਂ ਬਖਸ਼ੇ ਨਹੀਂ ਜਾਵਾਂਗੇ। ਰੋਜ਼ ਪੜ੍ਹਨੇ ਆ, ਲੇਖੈ ਕਤੇ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਜੇ ਅਸੀਂ ਦੇਖੋ, ਅਸੀਂ ਪਰਮਾਤਮਾ ਨਾਲ ਇਹ ਨਹੀਂ ਕਰਨਾ ਕਿ ਪਰਮਾਤਮਾ ਮੈਂ ਤੇਰੇ ਪ੍ਰਤੀ 5 ਪਾਠ ਕਰ ਲਏ, ਮੈਂ ਮਾਲਾ ਹੱਥ 'ਚ ਲੈ ਲਈ। ਅਸਲੀ ਆਸ਼ਕ ਉਹ ਨਹੀਂ ਹੁੰਦਾ ਕਿ ਜਿਹੜਾ ਆਸ਼ਕ, ਦੇਖੋ ਅਸੀਂ ਆਸ਼ਕ ਹਾਂ ਪਰਮਾਤਮਾ ਦੇ, ਤੇ ਜਦੋਂ ਆਸ਼ਕੀ ਕੋਈ ਕਰਦਾ ਹੈ ਪਰਮਾਤਮਾ ਦੇ ਨਾਲ, ਤੇ ਉਹ ਫਿਰ ਹਿਸਾਬ ਨਹੀਂ ਕਰਦਾ। ਆਸ਼ਕ ਇਹ ਨਾ ਆਖੀਏ ਜੇ ਲੇਖੇ ਵਰਤੇ ਸੋਏ। ਹੁਣ ਕਿਸੇ ਨਾਲ ਤੁਸੀਂ ਪਿਆਰ ਕਰੋ ਤੇ ਉਹਨੂੰ ਕਹੋਗੇ ਕਿ ਮੈਂ ਤੇਰਾ 10 ਵਾਰੀ ਨਾਮ ਲਿਆ ਜਾਂ 20 ਵਾਰੀ ਨਾਮ ਲਿਆ, ਉਹ ਕਹਿੰਦਾ ਜਦ ਪਿਆਰ ਦੇ ਵਿੱਚ ਤੇ ਫਿਰ ਨਾਮ ਦਾ ਤੇ ਮਤਲਬ ਹੀ ਨਹੀਂ ਹੈ। ਦੇਖੋ, ਨਾਮ ਇਹ ਤੇ ਹੁੰਦਾ ਕਿ ਵਾਰੀ ਦਾ ਵੱਟਾ, ਵੀ ਤੂੰ 10 ਵਾਰੀ ਨਾਮ ਕਿਹਾ, ਮੈਂ ਇੰਨੀ ਵਾਰੀ ਕੀਤਾ, ਨਹੀਂ। ਆਸਕ, ਆਸਾ ਦੀ ਵਾਰ ਪੜ੍ਹਨੇ ਨਾ, ਆਸ਼ਕ ਇਹ ਨਾ ਆਖੀਏ, ਉਹ ਵਾਲਾ ਆਸ਼ਕ ਨਹੀਂ ਹੈ ਜੇ ਲੇਖੇ ਵਰਤੇ ਸੋਏ, ਜਿਹੜਾ ਲੇਖੇ ਵਿੱਚ ਪਰਮਾਤਮਾ ਦਾ ਨਾਮ ਜਪਦਾ ਹੈ। ਦੇਖੋ, ਕਿੱਥੇ ਵੀ, ਮੈਨੂੰ ਖਿਮਾ ਕਰ ਦੇਣਾ, ਮਾਲਾ ਦਾ ਹੱਥ 'ਚ ਫੜ ਕੇ ਜਪਣਾ, ਮੈਂ ਤੇ ਸਟੱਡੀ ਕੀਤੀ ਮਹਾਰਾਜ ਦੀ ਕਿਰਪਾ ਨਾਲ,
ਮੈਨੂੰ ਕੋਈ ਵੀ ਪੰਕਤੀ ਐਸੀ ਨਜ਼ਰ ਨਹੀਂ ਆਈ ਕਿ ਜਿੱਥੇ ਪਰਮਾਤਮਾ ਦਾ ਨਾਮ ਮਾਲਾ ਜਪ ਕੇ ਕਰਨਾ ਹੈ, ਕਿਉਂਕਿ ਮਾਲਾ ਸਾਧ ਸੰਗਤ ਇਹ ਨਾਮ ਜਪਣ ਵਾਸਤੇ ਗੁਰੂ ਗ੍ਰੰਥ ਸਾਹਿਬ ਨਹੀਂ ਕਹਿੰਦੇ। ਤਾਂ ਗੁਰੂ ਸਾਹਿਬ ਤੇ ਕਹਿੰਦੇ ਨੇ ਕਿ ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇ ਲੋਏ। ਲੱਕੜ ਦੀ ਬਣੀ ਹੋਈ ਜਪਣੀ ਮਾਲਾ ਕਹਿ ਲਓ, ਤਸਵੀ ਕਹਿੰਦੇ ਨੇ ਮੁਸਲਮਾਨ, ਉਹਨਾਂ ਨੇ ਹੱਥ 'ਚ ਫੜੀ ਹੁੰਦੀ ਹੈ। ਦੇਖੋ, ਅਸੀਂ ਕੋਈ ਕਾਰਜ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਕੀਤੇ ਬਿਨਾਂ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਉੱਤੇ ਹਟ ਕੇ ਕੋਈ ਐਸੀ ਕੰਮ ਨਾ ਕਰੀਏ ਕਿ ਅਸੀਂ ਇਹ ਕੰਮ ਮੈਂ ਨਵੇਕਲਾ ਕਰ ਰਹੇ ਹਾਂ। ਜਿਸ ਤਰ੍ਹਾਂ ਅਸੀਂ ਪਿੱਛੇ ਸਾਂਝ ਕੀਤਾ ਸੀ ਕਿ ਅਸੀਂ ਘਰ-ਬਾਰ ਛੱਡ ਕੇ ਸ਼ਾਦੀ ਨਹੀਂ ਕਰਨੀ, ਗੁਰੂ ਗ੍ਰੰਥ ਸਾਹਿਬ ਵਿੱਚ ਐਸੀ ਕੋਈ ਪੰਕਤੀ ਨਹੀਂ ਹੈ। ਹਰ ਗੁਰੂ ਸਾਹਿਬਾਨ ਨੇ ਗ੍ਰਸਤ ਜੀਵਨ ਨਿਭਾਇਆ ਹੈ, ਤੇ ਅਸੀਂ ਕੋਈ ਐਸਾ ਕਾਰਜ ਨਾ ਕਰੀਏ ਜਿਹੜਾ ਸਾਨੂੰ ਗੁਰੂ ਨਹੀਂ ਦੱਸਦਾ। ਤਾਂ ਗੁਰੂ ਸਾਹਿਬ ਕਹਿੰਦੇ ਨੇ ਕਬੀਰ ਜਪਨੀ ਕਾਠ ਕੀ, ਇੱਕ ਲੱਕੜ ਦੇ ਮਣਕਿਆਂ ਵਾਲੀ ਮਾਲਾ ਕਬੀਰ ਸਾਹਿਬ ਕਹਿੰਦੇ ਨੇ ਕਿਆ ਦਿਖਲਾਵੇਂ ਲੋਏ। ਅਰੇ ਜਪ ਜਪ ਕੇ ਕੀ ਲੋਕਾਂ ਨੂੰ ਦਿਖਾ ਰਹੇ ਹੈ ਤੂੰ। ਦੇਖੋ ਕਿੰਨੀ ਵੱਡੀ ਗੱਲ ਹੈ, ਜਦੋਂ ਮਾਲਾ ਫੜੀ ਹੁੰਦੀ ਹੈ ਤੇ ਸੁਭਾਵਕ ਹੈ ਮੈਂ ਵੀ ਵੇਖਾਂਗਾ, ਤੁਸੀਂ ਵੀ ਦੇਖੋਗੇ, ਤੇ ਉਹ ਜਿਹੜਾ ਵੇਖ ਰਿਹਾ ਕਰ ਰਿਹਾ ਹੁੰਦਾ ਉਹਨੂੰ ਕੀ ਹੁੰਦਾ, ਹਿਰਦੇ ਰਾਮ ਨਾ ਚੇਤਈ ਇਹ ਜਪਨੀ ਕਿਆ ਹੋਏ। ਕਬੀਰ ਸਾਹਿਬ ਕਹਿੰਦੇ ਜੇ ਹਿਰਦੇ ਦੇ ਵਿੱਚੋਂ ਉਸ ਪਰਮਾਤਮਾ ਦਾ ਨਾਮ ਨਹੀਂ ਜਪ ਰਿਹਾ ਤੇ ਇਸ ਜਪਨੀ ਦਾ ਕੀ ਫਾਇਦਾ ਹੈ। ਗੱਲ ਤੇ ਸੀ ਅੰਦਰ ਦੀ, ਅੰਦਰ ਕਿੰਨਾ ਤੁਸੀਂ ਇਸ ਜਪਣੀ ਦੇ ਨਾਲ ਜਪ ਰਹੇ ਹੋ। ਗੱਜ ਸਾਢੇ ਤ੍ਰੈ ਤੈ ਧੋਤੀਆਂ ਪਹਿਰੇ ਪਾਇਨ ਤੱਗ, ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਿਪੱਗ, ਓਏ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ। 3-3 ਗੱਜ ਦੀਆਂ ਧੋਤੀਆਂ ਪਾ ਕੇ, ਤਹਿਰੇ ਪਾਇਨ ਤੱਗ, 3 ਧਾਗਿਆਂ ਵਾਲਾ ਜਨੇਊ ਪਾ ਕੇ, ਗਲੀ ਜਿੰਨਾ ਜਪ ਮਾਲੀਆਂ, ਗਲਾਂ ਦੇ ਵਿੱਚ ਵੱਡੀਆਂ ਵੱਡੀਆਂ ਮਾਲਾ ਨਾਮ ਜਪਣ ਵਾਲੀਆਂ ਪਾਲੀਆਂ। ਇਹ ਕਬੀਰ ਸਾਹਿਬ ਕਹਿ ਰਹੇ ਨੇ, ਉਸ ਵੇਲੇ ਦੀ ਗੱਲ ਕਰ ਰਹੇ ਨੇ। ਲੋਟੇ ਹੱਥ ਨਿਪੱਗ, ਹੱਥ ਵਿੱਚ ਲਿਸ਼ਕਦੇ ਹੋਏ ਲੋਟੇ ਫੜੇ ਹੋਏ ਨੇ, ਭਾਵ ਕਿ ਇੱਕ ਧਾਰਮਿਕ ਪਹਿਨਾਵਾ ਇਸ ਤਰ੍ਹਾਂ ਦਿਖਾ ਦਿੱਤਾ। ਮਹਾਰਾਜ ਕਹਿੰਦੇ ਨੇ, ਕਬੀਰ ਸਾਹਿਬ ਕਹਿੰਦੇ ਨੇ ਓਏ ਹਰ ਕੇ ਸੰਤ ਨਾ ਆਖੀਏ, ਉਹਨਾਂ ਨੂੰ ਹਰੀ ਦਾ ਸੰਤ ਨਾ ਕਹੋ, ਉਹ ਤੇ ਭਾਈ ਬਨਾਰਸ ਦੇ ਠੱਗ ਨੇ। ਤਾਂ ਇਸ ਪੌੜੀ ਦੇ ਅੰਦਰ ਗੁਰੂ ਸਾਹਿਬ ਸਾਨੂੰ ਕੁਝ ਇਸ ਤਰ੍ਹਾਂ ਦਾ ਖਿਆਲ ਦੇ ਰਹੇ ਨੇ ਕਿ ਪਰਮਾਤਮਾ ਦਾ ਨਾਮ ਗਿਣਤੀਆਂ ਮਿੰਤੀਆਂ ਵਿੱਚ ਨਾ ਜਪੋ। ਫਿਰ ਅਸੀਂ ਗਿਣਤੀਆਂ ਕਰਕੇ ਅੱਗੇ ਲਿਖਵਾਉਂਦੇ ਹਾਂ, ਉਹ ਅਰਦਾਸ ਕਰਨਗੇ। ਨਹੀਂ ਭਾਈ, ਅਰਦਾਸ ਤੁਸੀਂ ਆਪ ਕਰੋ। ਗੁਰੂ ਸਾਹਿਬ ਨੇ ਸਾਨੂੰ, ਮੈਂ ਉਸ ਦਿਨ ਵੀ ਜ਼ਿਕਰ ਕੀਤਾ ਸੀ, ਸਾਨੂੰ ਸੰਤ ਸਿਪਾਹੀ ਬਣਾਇਆ ਹੈ। ਅਰਦਾਸ ਅਸੀਂ ਆਪ ਕਰ ਸਕਨੇ ਹਾਂ। ਜਿਹੜੀ ਪੀੜਾ ਤੁਹਾਨੂੰ ਹੈ, ਜੋ ਅੰਤਰ ਕਰਨ ਵਿੱਚ ਤੁਹਾਡੇ ਪੀੜਾ ਹੈ, ਜੋ ਗੁਰੂ ਨੂੰ ਤੁਸੀਂ ਦੱਸ ਸਕਦੇ ਹੋ, ਉਹ ਮੈਂ ਸਮਝਣਾ ਕੋਈ ਹੋਰ ਨਹੀਂ ਦੱਸ ਸਕਦਾ। ਕਰੋ ਬਾਣੀ ਪੜ੍ਹੋ, ਜਿੰਨੀ ਪੜ੍ਹ ਸਕਦੇ ਹੋ ਪੜ੍ਹੋ, ਪਰ ਪਰਮਾਤਮਾ ਦੇ ਨਾਮ ਦੇ ਨਾਲ ਇਹ ਨਾ ਸੋਚੋ ਕਿ ਮੈਂ ਇੰਨੇ ਪਾਠ ਕਰਨੇ ਨੇ, ਇੰਨਾ ਇਹ ਕਰਨਾ ਹੈ। ਜੇ ਕਿੱਥੇ ਪਰਮਾਤਮਾ ਨੇ ਗਿਣਤੀ ਨਾਲ ਲੈ ਲਿਆ ਨਾ, ਤੇ ਅਸੀਂ ਫਿਰ ਕਿੱਥੇ ਦੇ ਨਹੀਂ ਰਹਾਂਗੇ। ਪਰਮਾਤਮਾ ਗਿਣਤੀਆਂ ਦਾ ਨਹੀਂ ਹੈ, ਪਰਮਾਤਮਾ ਤੁਹਾਡੇ ਅੰਦਰ ਦੇ ਪ੍ਰੇਮ ਨੂੰ ਦੇਖਦਾ ਹੈ। ਤਾਂ ਗੁਰੂ ਸਾਹਿਬ ਅੱਜ ਇਸ ਤਰ੍ਹਾਂ ਦਾ ਖਿਆਲ ਦੇ ਰਹੇ ਨੇ, ਇੱਕ ਦੂ ਜੀਬੋ ਲੱਖ ਹੋਏ, ਇੱਥੇ ਹੋਏ ਪੜ੍ਹਨਾ ਹੈ। ਇੱਕ ਦੂ ਜੀਬੋ, ਅਗਰ ਇੱਕ ਜੀਬ ਤੋਂ, ਇੱਕ ਰਸਨਾ ਤੋਂ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਲੱਖ ਹੋ ਜਾਣ, ਇਹ ਮਨੋਤ ਹੈ ਲੋਕਾਂ ਦੀ। ਇਹ ਗੁਰੂ ਨਾਨਕ ਸਾਹਿਬ ਦਾ ਖਿਆਲ ਨਹੀਂ ਜੇ। ਜਿਸ ਤਰ੍ਹਾਂ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ, ਜਿਸ ਤਰ੍ਹਾਂ ਇੱਕ ਜੁਗਤੀ ਨਾਲ ਮਾਇਆ ਵਿਆਹੀ ਗਈ, ਗੁਰੂ ਸਾਹਿਬ ਉਹਨਾਂ ਦੀ ਮਨੋਤ ਦੱਸ ਰਹੇ ਨੇ। ਆਪਣਾ ਫੈਸਲਾ, ਆਪਣਾ ਡਿਸੀਜਨ ਗੁਰੂ ਸਾਹਿਬ ਅਖੀਰ ਵਿੱਚ ਦੱਸਣਗੇ। ਇਹ ਲੋਕ ਕੀ ਕਰ ਰਹੇ ਨੇ, ਮਹਾਰਾਜ ਉਹਨਾਂ ਬਾਰੇ ਦੱਸ ਰਹੇ ਨੇ। ਇੱਕ ਦੂ ਜੀਬੋ, ਇੱਕ ਦੂ ਤੋਂ ਭਾਵ ਹੁੰਦਾ ਤੋਂ, ਇੱਕ ਜੀਵ ਤੋਂ ਲੱਖ ਹੋਏ। ਅਗਰ ਲੱਖ ਜੀਬਾਂ ਹੋ ਜਾਣ, ਜੇ ਮੇਰੀਆਂ ਇੱਕ ਜੀਬ ਤੋਂ ਲੱਖਾਂ ਜੀਬਾਂ ਹੋ ਜਾਣ, ਲੱਖ ਹੋਵੇਂ ਲੱਖ 20, ਇਸ ਲੱਖ ਦੇ ਨਾਲ 20 ਲੱਖ ਹੋ ਜਾਣ ਜੀਬਾਂ,
समझ लो एक मेरी जीभ है, जे मेरी लख जीभां हो जान, इन्हां लखां जीभां तो 20 लख बन जाए तो गुरु साहब कहते ने लख लख गेड़ा आखिए है, एक नाम जगदीश। उसे जीव दे नाल जिहड़ी 20 लख वारी बन चुकी है, लख लख वारी मैं कवां, गेड़ा हुंदा वारी, उन्हों लखां वारी कवां तो कितनी वारी हो जाएगा। जे एक जीभ मेरी 20 लख वारी हो गई है तो उन्होंने मैं लखां वारी कवांगा। तो महाराज की कहना चाह रहे ने उन्हों की मनोत नूं, एक नाम जगदीश, उस परमात्मा का नाम जपन। जे जगदीश, ईष्ट, जगत दा ईष्ट, जगत दा मालक वो परमात्मा, अगर उस परमात्मा का असी ये नाम इन्नी वारी जपीए तो महाराज कहते ने एत राह, इत्थे राहें नहीं पढ़ना, आप नोट कर लो। अगर नोट करन तो बाद भी आप कल गलती करते हो, एक कर्म ना बन जाए साडा। देखो गलती जद तक नहीं है जब तक सानू पता नहीं है, पता होने तो बाद गलती कर्म बन जाती है, तो कर्म अगे जाके फिर सानू लेखे बनते हैं। तो गुरु साहब इत्थे कहते ने एत राह, इस राह ते केड़ा, पत पवड़ियाँ, ये जेड़े जीबां दे वाले राह ते करा के ये पवड़ियाँ, ये पौड़ियाँ ने, इस पौड़ियाँ ते चढ़े चढ़िए होए 21, एक रूप हो जाए इस पौड़ियाँ ते चढ़ के इस दे नाल। पर महाराज कहते ने सुन गल्लां आकाश की, कीटा आई रीस। इस तरह मानो ये तो गल्लां उस तरह हो गई ने जिस तरह एक कीड़ी रोड ते चलती है ना, तो वह आकाश दे उड़दे पंछियां की गल करे, ये कदी नहीं हो सकता। ये जिन्ने भी असी ये गिनतियां करके कर रहे हैं ना, अंदर जे प्यार नहीं तो ये चीज़ां व्यर्थ ने। देखो खाली वाहिगुरु वाहिगुरु कहन नाल रब नहीं मिलना जे। राम राम सबको कहे कईए राम ना होए, गुर प्रसादी राम मन वसे, तां फल पावे कोए। राम राम वाहिगुरु वाहिगुरु कहन दे नाल मनु खिमा कर देना, वाहिगुरु नहीं प्राप्त होना। वाहिगुरु उदों प्राप्त होना है जदों वाहिगुरु हिरदे दे विचों असीं जपांगे। देखो मैं रोटी खाधी, मैं एक एग्जाम्पल सिंपल ले लेना, शायद इस गल नूं होर पकड़ च आ जाए। मैं खाना खाधा, अचानक इतनी मर्च आ गई मेरे मूँह विच। हुण मर्च आ गई, मैं घरदियां नूं कहा बई खंड लियाओ, उन्हें लिया के रख दी। हुण मैं खंड 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 कही जावां, मेरी अंदर जिहड़ी मर्चां जिहड़े मुख ते लग रही ने वो जा सकदियां ने। मैं नहीं कह रहा, भाई गुरदास जी की एक वार कहती है, खांड जैसे खांड खांड कहे मुख नहीं मीठा होए। देखो एक होर सफल, एक होर सौखा उदाहरण मैं ले ला। असी एक बारी हेमकुंट साहब जा रहे सा, ते रस्ते विच एक पत्थर गिर गया। ध्यान देना, पत्थर गिर गया, साड़ी बस रुक गई। उन्होंने कहा 1-2 दिन लगणगे क्योंकि पत्थर बहुत वड्डा है। हुण मैं उत्ते सोचिया, मैं कहा जी असी कहीए कि पत्थर हट जा हट जा हट जा, मैं भावें 50 वारी कह दा 100 वारी कह दा, पत्थर हटेगा नहीं। पत्थर कदों हटेगा? पत्थर उदों हटिया जद मिलिट्री वाले आए, उन्होंने एक बॉम्ब रखिया या बहुत सारे एक वड्डी क्रेन लिया के उस पत्थर नूं थल्ले सुटिया। जद तक असी ये कहते रहे कि पत्थर हट जा हट जा हट जा, नहीं हटिया। पर जदों उस पत्थर नूं हटाउण वास्ते असी कुछ मशक्कत की, उदों पत्थर हट गया। इस तरह भाई गुरदास जी कहते हैं, जैसे खांड खांड कहे, खंड खंड कहण नाल मुख मिठा नहीं हुंदा। खाली मैं वाहिगुरु 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 ही कही जावां, वाहिगुरु उदों तक मेरे, जद तक मेरे हिरदे विच नहीं आया तद तक वाहिगुरु कहण दा कोई लाभ नहीं है। कहो वाहिगुरु, पर हिरदे दे नाल कहो।
जैसे खांड खांड कहे मुख नहीं मीठा होए, जब लग जीव स्वाद खांड नहीं खाइए। ਜਦੋਂ ਤੱਕ ਜੀਵ ਦੇ ਅੰਦਰ ਖੰਡ ਨਹੀਂ ਸਵਾਦ ਲਵਾਂਗੇ ਤਦ ਤੱਕ ਮੂੰਹ ਮਿੱਠਾ ਨਹੀਂ ਹੋਏਗਾ। ਜੈਸੇ ਰਾਤ ਅੰਧੇਰੀ ਮੈਂ, ਇੱਕ ਹੋਰ ਉਦਾਹਰਨ, ਦੀਪਕ ਦੀਪਕ ਕਹੈ ਤਿਮਰ ਨਾ ਜਾਈ, ਜਬ ਲਗ ਨਾ ਜਰਾਈਏ। ਉਹ ਰਾਤ ਦਾ ਅੰਧੇਰਾ ਹੋਵੇ, ਅਸੀਂ ਦੀਪਕ ਦੀਪਕ ਕਹੀ ਜਾਈਏ ਤੇ ਉਹ ਅੰਧੇਰਾ ਬੁਝਣਾ ਨਹੀਂ ਜਦ ਤੱਕ ਅਸੀਂ ਦੀਪਕ ਨੂੰ ਜਲਾਵਾਂਗੇ ਨਹੀਂ। ਇਹ ਦੂਜਾ ਉਦਾਹਰਨ, जैसे ज्ञान ज्ञान कहे ज्ञान हूँ ना होत कछ। हुण मैनू ज्ञान चाहिए, मैं ज्ञान ज्ञान ही कही जावां, मैनू ज्ञान मिल जाएगा नहीं। जब ला गुर ज्ञान अंतर ना पाइए, जदों तक ये ज्ञान की गल तुसीं सुन रहे हो ना, जब तक तुहाडे हिरदे विच नहीं आएगी, खाली ज्ञान ज्ञान कहण नाल नहीं ये प्राप्ति होनी। तैसे गुर ध्यान कहे गुर ध्यान हूँ ना पावत, जब ला गुर दरस जाए ना समाइए। ਧਿਆਨ ਧਿਆਨ ਕਹਿਣ ਨਾਲ ਉਸ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ, ਉਹਦੇ ਦਰਸ਼ਨ ਨਹੀਂ ਹੋਣੇ ਜਦ ਤੱਕ ਅੰਤੇਕਰਨ ਵਿੱਚ ਅਸੀਂ ਪਰਮਾਤਮਾ ਨੂੰ ਵਸਾਵਾਂਗੇ ਨਹੀਂ। ਤਾਂ ਗੁਰੂ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਦੇ ਲੋਕ ਨੇ, ਉਹ ਆਕਾਸ਼ ਦੀਆਂ ਗੱਲਾਂ ਸੁਣ ਕੇ ਨਾ ਉਸ ਤਰ੍ਹਾਂ ਕੀ ਕਰ ਰਹੇ ਨੇ ਕਿ ਉਹਨਾਂ ਨੂੰ ਇੱਕ ਚਾਹ ਆ ਗਿਆ। ਕੀ ਚਾਹ ਆਇਆ ਕਿ ਅਸੀਂ ਵੀ ਉਡਾਰੀ ਮਾਰੀਏ। देखो एक कीड़ी किवें उडारी मार सकती है, कित्थे आकाश ते कित्थे कीड़ी। ते गुरु साहब कहते ने तुरदे को तुरदा मिले, उड़ते को उड़ता। देखो तुरन वाला ते तुरन वाले का ही संग होएगा ना, ते उड़ारी जिस तरह कोई पंखी है उन्होंने पंखी का संग होएगा। जीवते को जीवता मिले, मुए को मुआ, नानक सो सलाहिए जिन कारण किया। देखो मैं ਹੁਣ पैदल जा रहा, कोई मेरे नाल गड्डी ते जा रहा, कोई नाल मेरा ਉਹਦੇ ਨਾਲ साथ नहीं है। साथ ਤੇ ਗੱਡੀ ਦਾ ਗੱਡੀ ਵਾਲੇ ਨਾਲ ਹੋਣਾ ਹੈ, ਉੜਦੇ ਦਾ ਉੜਦੇ ਨਾਲ ਹੋਇਆ। ਮੋਏ ਦਾ ਮੋਏ ਤੋਂ ਭਾਵ ਜਿਨ੍ਹਾਂ ਦੀਆਂ ਆਤਮਾ ਮਰ ਗਈਆਂ ਨੇ, ਵਿਕਾਰਾਂ ਵਿੱਚ ਡੁੱਬੇ ਹੋਏ ਨੇ, ਉਹਨਾਂ ਦਾ ਸੰਗ ਉਹਨਾਂ ਨਾਲ ਹੋਏਗਾ, ਮੋਏ ਪਏ ਨੇ। ਪਰ ਜਿਹੜੇ ਉੜਦੇ ਕੋ ਉੜਦਾ ਭਾਵ ਜਿਨ੍ਹਾਂ ਦੀ ਨਾਮ ਦੀ ਉਡਾਰੀ ਉੱਡੀ ਉੱਤੇ ਹੈ, ਉਹਨਾਂ ਨੂੰ ਉਹ ਵਜ੍ਹਾ ਹੀ ਸੰਗ ਮਿਲੇਗਾ। ਤੇ ਜਿਹੜੇ ਤੁਰਦੇ ਕੋ ਤੁਰਦਾ, ਜਿਹੜੇ ਕਰਮ ਕਾਂਡਾਂ ਵਿੱਚ ਪਏ ਹੋਏ ਨੇ, ਜਿਹੜੇ ਹੱਲੇ ਵੀ ਮੂਰਤੀ ਪੂਜਾ ਜਾਂ ਹੋਰ ਵਿਸ਼ੇ ਵਿਕਾਰਾਂ ਵਿੱਚ ਨੇ, ਉਹਨਾਂ ਨੂੰ ਉਹ ਵਜ੍ਹਾ ਹੀ ਮਿਲਣਗੇ। ਦੇਖੋ ਕਦੀ ਨਾਮ ਜਪਣ ਵਾਲਾ ਔਰ ਇੱਕ ਬਿਨਾਂ ਨਾਮ ਜਪਣ ਵਾਲਾ ਦਾ ਕਦੀ ਰਿਸ਼ਤਾ ਹੋ ਜਾਏ ਨਾ, ਤੇ ਅਕਸਰ ਉੱਥੇ ਵਿਚਾਰਾਂ ਦਾ ਟਾਕਰਾ ਹੁੰਦਾ ਹੈ, ਫਿਰ ਡਿਸਪਿਊਟ ਹੁੰਦੇ ਨੇ। ਮੈਂ ਅਕਸਰ ਦੇਖਿਆ। ਤੇ ਕਈ ਵਾਰੀ ਘਰਾਂ ਵਿੱਚ ਜਾ ਕੇ ਪਤਾ ਲੱਗਦਾ ਹੈ ਭਾਈ ਉਹ ਘਰ ਵਾਲੀ ਤੇ ਦਿਨ ਰਾਤ ਨਾਮ ਜਪਣਾ ਚਾਹੁੰਦੀ ਹੈ, ਪਰ ਘਰ ਵਾਲਾ ਹੀ ਨਹੀਂ ਜਪਣ ਦਿੰਦਾ। ਕਿਉਂ? ਕਿਉਂਕਿ ਤੁਰਦੇ ਕੋ ਤੁਰਦਾ ਮਿਲੇ, ਉੜਤੇ ਕੋ ਉੜਤਾ। ਵਿਚਾਰ ਕਿੱਥੇ ਟਕਰਾਏ? ਕਿਉਂਕਿ ਉਹਨਾਂ ਦੀ ਨੇਚਰ, ਉਹਨਾਂ ਦੇ ਵਿਚਾਰ ਨਾਲ ਨਹੀਂ ਮਿਲਦੇ। ਉਹ ਸਵੇਰੇ ਉੱਠ ਕੇ ਬੈਠ ਜਾਂਦੀ, ਅਕੋਮੋਡੇਸ਼ਨ ਟਾਈਟ ਹੈ, ਘਰ ਵਿੱਚ ਇੱਕੋ ਹੀ ਕਮਰਾ ਹੈ, ਉਹ ਲਾਈਟ ਜਗਾਉਂਦੀ ਹੈ ਸਵੇਰੇ, ਜਿਹਨੇ ਉੱਠਣਾ ਉਹਨੇ ਲਾਈਟ ਵੀ ਜਗਾਉਣੀ ਹੈ, ਇਸ਼ਨਾਨ ਵੀ ਕਰਨਾ ਹੈ। ਤੇ ਉਹ ਜਿਹੜਾ ਘਰ ਵਾਲਾ ਹੈ ਜਾਂ ਘਰ ਵਾਲੀ ਕਹਿ ਲਓ, ਦੋਨਾਂ 'ਚ ਕੋਈ ਵੀ ਇੱਕ ਜਦੋਂ ਤੁਰਨ ਦੇ ਨਾਲ ਤੁਰਨ ਨਹੀਂ ਮਿਲੇਗਾ, ਉੜਦੇ ਨਾਲ ਉੜਦਾ ਨਹੀਂ ਮਿਲੇਗਾ, ਉੱਥੇ ਵਿਚਾਰਾਂ ਦਾ ਟਾਕਰਾ ਹੋਏਗਾ। ਜਿੱਥੇ ਵਿਚਾਰਾਂ ਦੇ ਟਾਕਰੇ ਹੁੰਦੇ ਨੇ ਉੱਥੇ ਫਿਰ ਘਰਾਂ ਦੇ ਵਿੱਚ ਕਲੇਸ਼ ਹੁੰਦੇ ਨੇ। ਤਾਂ ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਦੀ ਰੀਸ ਕਈ ਕਰਦੇ ਨੇ। ਦੇਖੋ ਮੈਂ ਕਈ ਵਾਰੀ ਟਰੱਕਾਂ 'ਤੇ ਵੀ ਪਿੱਛੇ ਲਿਖਿਆ ਵੇਖਣਾ ਵਾ, ਰੀਸ ਕਰ ਸੜਨਾ। ਰੀਸ ਕਰਨੀ ਮਾੜੀ ਨਹੀਂ ਹੈ। ਕੋਈ ਬੰਦਾ 3 ਵਜੇ ਸਵੇਰੇ ਉੱਠਦਾ, ਉਹਦੀ ਰੀਸ ਕਰੋ, ਮਾੜੀ ਨਹੀਂ ਹੈ, ਪਰ ਦਿਖਲਾਵੇ ਦੀ ਰੀਸ ਨਹੀਂ। ਕਈ ਬੰਦਾ ਖਾਲੀ ਦਿਖਲਾਵੇ ਦੀ ਰੀਸ ਕਰਦੇ ਨੇ। ਨਹੀਂ, ਰੀਸ ਕਰਨੀ ਅੱਛੀ ਗੱਲ ਹੈ। ਭਗਤ ਕਬੀਰ ਜੀ ਦਾ ਰੀਸ ਹੀ ਤਾਂ ਕੀਤੀ ਸੀ ਸੈਣ ਨੇ। ਸੁਨ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ। ਕੀਤੀ ਸੀ ਰੀਸ ਸੈਣ ਨੇ, ਪਰ ਨਾਲ ਉਹ ਜਿਹਾ ਕੰਮ ਵੀ ਕੀਤਾ ਸੀ। ਤੇ ਜੇ ਕੋਈ 3 ਵਜੇ ਉੱਠਦਾ ਤੇ ਮੈਂ ਵੀ ਇਸ ਹਿਸਾਬ ਨਾਲ ਸ਼ੋਅ ਕਰਾਂ, ਮੈਂ ਵੀ ਸਵੇਰੇ ਉੱਠਣਾ, ਮੈਂ ਵੀ ਪਾਠ ਕਰਨਾ, ਲੋਕਾਂ ਨੂੰ ਐਵੇਂ ਕਹੀ ਜਾਵਾਂ, ਉਹ ਰੀਸ ਮਾੜੀ ਹੈ। ਰੀਸ ਕਰ, ਕਿਸੇ ਤੋਂ ਵੇਖ ਕੇ ਸੜ ਨਾ। ਤਾਂ ਗੁਰੂ ਸਾਹਿਬ ਕਹਿੰਦੇ ਨੇ ਸੁਣ ਗੱਲਾਂ ਆਕਾਸ ਕੀ ਕੀਟਾਈ ਰੀਸ, ਨਾਨਕ ਨਦਰੀ ਪਾਈਏ।
ਮਹਾਰਾਜ ਕਹਿੰਦੇ ਨੇ ਇਹ ਚੀਜ਼ਾਂ ਨਾਲ ਉਸ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਕਿਉਂ? ਕਿਉਂਕਿ ਇਹ ਚੀਜ਼ਾਂ ਤੂੰ ਗਿਣਤੀਆਂ ਮਿੰਤੀਆਂ ਵਿੱਚ ਪਰਮਾਤਮਾ ਨੂੰ ਨਾਮ ਜਪ ਰਿਹਾ, ਅੰਦਰ ਤੇਰੀ ਮੈਂ ਵੇ, ਜਦ ਤੱਕ ਇਹ ਮੈਂ ਵਾਲੀ ਤੂੰ ਗੱਲ ਕੱਢੇਗਾ ਨਹੀਂ। ਤੋ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕੀਟਾਂ ਆਈ ਰੀਸ, ਉਹਨਾਂ ਨੂੰ ਰੀਸ ਆ ਗਈ ਕਿ ਹੇ ਪਰਮਾਤਮਾ ਅਸੀਂ ਵੀ ਪਰਮਾਤਮਾ ਦਾ ਨਾਮ ਐਵੇਂ ਜਪੀਏ ਪਰ ਕਰ ਕੁਛ ਨਹੀਂ ਰਹੇ। ਤੋ ਗੁਰੂ ਸਾਹਿਬ ਕਹਿੰਦੇ ਨੇ ਇਸ ਚੀਜ਼ ਨੂੰ ਕੰਡਮ ਕੀਤਾ ਹੈ ਭਾਈ। ਹੱਥ ਵਿੱਚ ਮਾਲਾ ਲੈ ਕੇ ਜਾਂ ਵਾਹਿਗੁਰੂ ਵਾਹਿਗੁਰੂ ਕਹਿਣਾ ਉਦੋਂ ਤੱਕ ਠੀਕ ਨਹੀਂ ਹੈ ਜਦ ਤੱਕ ਤੁਹਾਡੇ ਹਿਰਦੇ ਦੇ ਵਿੱਚ ਪ੍ਰਭੂ ਪਰਮਾਤਮਾ ਨਹੀਂ ਹੈ। ਤੋ ਇਸ ਕਰਕੇ ਮਹਾਰਾਜ ਕਹਿ ਰਹੇ ਨੇ ਨਾਨਕ, ਹੁਣ ਮਹਾਰਾਜ ਆਪਣਾ ਫੈਸਲਾ ਦੇ ਰਹੇ ਨੇ ਕਿ ਨਦਰੀ ਪਾਈਏ ਉਸ ਪਰਮਾਤਮਾ ਦਾ ਨਾਮ, ਉਸ ਪਰਮਾਤਮਾ ਦੀ ਬਖਸ਼ਿਸ਼ ਤੋਂ ਬਗੈਰ ਨਹੀਂ ਮਿਲਦਾ। ਅਸੀਂ ਬਖਸ਼ਿਸ਼ ਦੇ ਪਾਤਰ ਬਣਨਾ ਹੈ। ਦੇਖੋ ਜਦ ਤੱਕ ਸਾਨੂੰ ਪਰਮਾਤਮਾ ਦੀ ਬਖਸ਼ਿਸ਼ ਨਹੀਂ ਹੋਏਗੀ, ਗੱਲਾਂ ਅਸੀਂ ਜਿੰਨੀ ਮਰਜ਼ੀ ਕਰ ਲਈਏ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਹਾਂ, ਮਨੋਂ ਕਸੁੱਦਾਂ ਕਾਲੀਆਂ ਬਾਹਰ ਚਿਟਵੀਆਂ, ਗੱਲਾਂ ਦੇ ਨਾਲ ਤੇ ਅਸੀਂ ਜਿੰਨਾ ਮਰਜ਼ੀ ਕਰ ਲਈਏ। ਦੇਖੋ ਮੈਂ ਬੜੇ ਸੈਮੀਨਾਰਾਂ ਵਿੱਚ ਜਾਂਦਾ ਹਾਂ, ਕਈ ਵਾਰੀ ਗਿਆ ਵੀ ਹਾਂ। ਉਹ ਮਾਂ ਦੇ ਉੱਤੇ ਬੜਾ ਹੀ ਅੱਛਾ ਲੈਕਚਰ ਦਿੰਦੇ ਨੇ, ਵੱਡੀਆਂ ਗੱਲਾਂ ਬੜੀਆਂ ਵੱਡੀਆਂ ਕਰਦੇ ਨੇ, ਪਰ ਮੈਂ ਉਹਨਾਂ ਦੀ ਜਿਹੜੇ ਲੈਕਚਰ ਦਿੰਦੇ ਨੇ ਉਹਨਾਂ ਦੀਆਂ ਘਰ ਦੀਆਂ ਮਾਵਾਂ ਦੀ ਵੀ ਹਾਲਤ ਦੇਖੀ ਹੈ ਕਿ ਮਾਵਾਂ ਨੂੰ ਘਰੋਂ ਬਾਹਰ ਕੱਢਿਆ। ਲੈਕਚਰ ਜਿੰਨਾ ਮਰਜ਼ੀ ਕਰਾ ਲਓ, ਹੁਣ ਮੇਰੇ ਕੋਲੋਂ ਮਾਂ ਦਾ ਜਿੰਨਾ ਮਰਜ਼ੀ ਲੈਕਚਰ ਕਰਾ ਲਓ, ਮੇਰੇ ਕੋਲੋਂ ਪਿਤਾ ਦਾ ਜਿੰਨਾ ਮਰਜ਼ੀ ਕਰਵਾ ਲਓ, ਪਰ ਜੇ ਮੈਂ ਘਰ ਆਪਣੀ ਮਾਂ ਦੀ ਆਪਣੇ ਪਿਤਾ ਦੀ ਦੇਖ ਰੇਖ ਨਹੀਂ ਕੀਤੀ ਤਾਂ ਉਸ ਗੱਲ ਕਰਨ ਦਾ ਕੀ ਲਾਭ ਹੈ। ਸੋ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਗੱਲਾਂ ਤਾਂ ਬੜੀਆਂ ਸੋਹਣੀਆਂ ਕਰ ਲੈਂਦੇ ਹਾਂ, ਸੁਣ ਵੀ ਲੈਂਦੇ ਹਾਂ। ਹੁਣ ਮੈਂ ਕਈ ਜਗ੍ਹਾ 'ਤੇ ਵਿਚਾਰਾਂ ਕਰਨ ਜਾਈਦਾ ਨਾ, ਅਸੀਂ ਕਹਿੰਦੇ ਹਾਂ ਜੀ ਕਬਰਾਂ ਨੂੰ ਨਹੀਂ ਪੂਜਣਾ, ਸਾਹਮਣੇ ਸੰਗਤ ਬੈਠੀ ਹੁੰਦੀ ਹਾਂਜੀ ਹਾਂਜੀ ਕਰ ਰਹੇ ਹੁੰਦੇ ਨੇ, ਵਰਤ ਨਹੀਂ ਰੱਖਣੇ ਉਹ ਵੀ ਹਾਂਜੀ ਕਰ ਰਹੇ ਹੁੰਦੇ ਨੇ। ਅਸੀਂ ਜੀ ਭਰਮਾਂ ਵਿੱਚ ਨਹੀਂ ਪੈਣਾ, ਅਸੀਂ ਭੁੱਖੇ ਨਹੀਂ ਰਹਿਣਾ, ਅਸੀਂ ਕਰਮ ਕਾਂਡਾਂ ਵਿੱਚ ਨਹੀਂ ਰਹਿਣਾ, ਹਾਂਜੀ ਕਰ ਰਹੇ ਹੁੰਦੇ ਨੇ। ਪਰ ਮੈਂ ਉਹੀ ਸਰੀਰ ਜਦੋਂ ਬਾਹਰ ਵੇਖਣਾ ਵਾ, ਕੋਈ ਕਬਰ ਆ ਗਈ, ਕੋਈ ਮਸਾਣ ਆ ਗਈ, ਉੱਥੇ ਸੀਸ ਵੀ ਝੁਕਾ ਰਹੇ ਨੇ। ਉਹਨਾਂ ਦੇ ਘਰਾਂ ਵਿੱਚ ਕਰਮ ਕਾਂਡ ਵੀ ਹੋ ਰਹੇ ਨੇ, ਉਹਨਾਂ ਦੇ ਘਰਾਂ ਵਿੱਚ ਵਰਤ ਵੀ ਰੱਖੇ ਜਾ ਰਹੇ ਨੇ, ਸੰਗਤ ਵਿੱਚ ਬੈਠ ਕੇ ਹਾਂ ਵੀ ਕਰ ਰਹੇ ਨੇ। ਤੋ ਮਹਾਰਾਜ ਕਹਿੰਦੇ ਨੇ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋਂ ਕਸੁੱਦਾਂ ਕਾਲੀਆਂ। ਮਨੋਂ ਤੇ ਅਸੀਂ ਕਾਲੇ ਹੀ ਹਾਂ, ਬਾਹਰ ਚਿਟਵੀਆਂ, ਬਾਹਰ ਤੇ ਅਸੀਂ ਬੜੀਆਂ ਅੱਛੇ ਭੇਗ ਬਣਾ ਲਏ। ਤੋ ਗੁਰੂ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਗੱਲ ਤੇਰੀ ਮਨਾ ਨਹੀਂ ਬਣਨੀ। ਗੱਲ ਤੇਰੀ ਤਾਂ ਬਣਨੀ ਹੈ ਜੇ ਗੁਰੂ ਦੇ ਦਾਇਰੇ ਵਿੱਚ ਆਏਗਾ, ਗੁਰੂ ਦੀ ਨਦਰ ਦਾ ਪਾਤਰ ਬਣੇਗਾ। ਫਿਰ ਜੋ ਗੁਰ ਕਹੈ ਸੋਈ ਭਲ ਮਾਨੋ, ਜਿਹੜਾ ਗੁਰੂ ਗੱਲ ਕਹਿੰਦਾ ਉਸ ਨੂੰ ਤੈਨੂੰ ਮੰਨਣਾ ਪਏਗਾ। ਤੋ ਪਾਤਸ਼ਾਹ ਕਹਿੰਦੇ ਨੇ ਕਿਵੇਂ ਮਿਲੇਗਾ? ਨਾਨਕ ਰੁਕ ਕੇ ਨਦਰੀ ਪਾਈਐ। ਇਹ ਨਾਨਕ ਪਾਤਸ਼ਾਹ ਮੋਹਰ ਲਾ ਕੇ ਕਹਿ ਰਹੇ ਨੇ ਜੇ ਉਹਨੂੰ ਪਾਣਾ ਹੀ ਉਹਦੀ ਨਦਰ ਦਾ ਪਾਤਰ ਬਣ, ਗਿਣਤੀਆਂ ਮਿੰਤੀਆਂ ਛੱਡ, ਵਾਹਿਗੁਰੂ ਦਾ ਨਾਮ ਜਪੀ ਜਾ। ਆਪਣੇ ਪਿਆਰੇ ਦਾ ਨਾਮ ਜਪਣਾ ਹੀ ਨਾ ਤੇ 50 ਵਾਰੀ ਜਪ, 1000 ਵਾਰੀ ਜਪ। ਇਹ ਲੇਖੇ ਕਿੱਥੇ ਬਣਾ ਰਹੇ ਆ? ਗੁਰੂ ਤੇ ਪਿਆਰ ਦੇ ਵਿੱਚ ਸਾਡੇ ਜਨਮਾਂ ਦੇ ਪਾਪ ਕੱਟ ਦਿੰਦਾ ਹੈ, ਤੇ ਜੇ ਤੂੰ ਲੇਖਿਆਂ ਚਲੇਗਾ ਤੇ ਫਿਰ ਛੁਟੇਗਾ ਨਹੀਂ। ਤਾਂ ਗੁਰੂ ਸਾਹਿਬ ਕਹਿੰਦੇ ਨੇ ਨਾਨਕ ਨਦਰੀ ਪਾਈ ਹੈ, ਕੂੜੀ ਕੂੜੇ ਠੀਸ। ਜਿਹੜੀ ਕੂੜ ਬੰਦਿਆਂ ਦੀ ਇਹ ਕੂੜੀ ਠੀਸ ਭਾਵ ਗਾਪੀ ਹੈ, ਜਿਹੜੀ ਅਸੀਂ ਉੱਤੇ ਪੜ੍ਹ ਆਏ ਹਾਂ। ਇਹ ਸਭ ਗੱਪਾਂ ਹੀ ਨੇ, ਇਹ ਗੱਲਾਂ ਹੀ ਨੇ ਸਾਰੀਆਂ, ਖਾਲੀ ਹੱਥ 'ਚ ਮਾਲਾ ਲੈ ਕੇ ਲੋਕਾਂ ਨੂੰ ਦਿਖਲਾਈ ਜਾ ਰਹੇ ਨੇ। ਇਹ ਸਿਰਫ ਇੱਕ ਗੱਪਾਂ ਹੀ ਨੇ। ਜਿੰਨੇ ਤੁਸੀਂ ਹੁਣ ਆਪਣੇ ਪੁੱਤਰ ਨੂੰ ਪਿਆਰ ਕਰਦੇ ਹੋ ਤੇ ਹੱਥ 'ਚ ਮਾਲਾ ਲੈ ਕੇ ਕਰਦੇ ਹੋ ਜੀ, ਪੁੱਤਰ ਜੀ 1, ਪੁੱਤਰ ਜੀ 2, ਪੁੱਤਰ ਜੀ 3, ਤੁਹਾਡੇ ਹਿਰਦੇ ਵਿੱਚ ਹੈ ਨਾ। ਤੁਸੀਂ ਹੁਣ ਇੱਥੇ ਬੈਠੇ ਹੋ, ਭਾਵੇਂ ਪੁੱਤਰ ਤੁਹਾਡਾ ਬਾਹਰ ਬੈਠਾ ਹੈ, ਕਿੱਥੇ ਵੀ ਬੈਠਾ ਹੈ, ਅਲੱਗ ਰਹਿੰਦਾ ਹੈ, ਪਰ ਉਹਨੂੰ ਯਾਦ ਕਰਦੇ ਹੋ ਤੇ ਕੋਈ ਕਾਪੀ ਪੈਨ ਲੈਂਦੇ ਹੋ, ਗਿਣਤੀ ਕਰਦੇ ਹੋ? ਨਹੀਂ। ਜੇ ਅਸੀਂ ਆਪਣਿਆਂ ਨੂੰ ਪਿਆਰ ਕਰਕੇ ਉਹਦੇ ਪ੍ਰਤੀ ਕੋਈ ਸਾਨ ਨਹੀਂ ਕਰਦੇ, ਤੁਸੀਂ ਪੁੱਤਰ ਨੂੰ ਕਹਿੰਦੇ ਹੋ ਅੱਜ ਮੈਂ ਤੈਨੂੰ ਸਾਰਾ ਦਿਨ ਯਾਦ ਕੀਤਾ, ਨਹੀਂ, ਕਿਉਂਕਿ ਉਹ ਤੁਹਾਡੇ ਹਿਰਦੇ ਅੰਤਿਕਰਨ ਵਿੱਚ ਵਸੀ ਪਈ ਹੈ ਗੱਲ। ਤੇ ਜੇ ਪਰਮਾਤਮਾ ਨੂੰ ਅਸੀਂ ਹਿਰਦੇ ਵਿੱਚ ਵਸਾ ਲਈਏ, ਹੁਣ ਪਰਮਾਤਮਾ ਸਾਨੂੰ ਅਗਰ ਦਾਤਾਂ ਵੇਖੀਏ, ਇਤਨਾ ਕੁਛ ਲੈ ਕੇ ਸਾਨੂੰ ਅਸੀਂ ਪਰਮਾਤਮਾ ਨੇ ਦਿੱਤਾ, ਤੇ ਉਹਦੇ ਪ੍ਰਤੀ ਅਸੀਂ ਕਹੀਏ ਪਰਮਾਤਮਾ ਅੱਜ ਮੈਂ ਤੇਰੇ ਪ੍ਰਤੀ 5 ਪਾਠ ਜਪਜੀ ਸਾਹਿਬ ਦੇ ਕੀਤੇ ਨੇ,
ਉਹ ਕਹਿੰਦੇ ਫਿਰ ਆ ਜਾ, ਜਿਹੜੇ ਜਨਮਾਂ ਦੇ ਤੂੰ ਪਾਪ ਕੀਤੇ ਨੇ ਉਹ ਤੇ ਗਏ, ਹੋਰ ਕਰ, ਇਹ ਵੀ ਪਾਪ, ਇਹ ਵੀ ਚਲਾ ਗਿਆ। ਤੇ ਪਾਪਾਂ 'ਚ ਅਸੀਂ ਤੇ ਇਤਨੇ ਪਾਪ ਨੇ ਤੇ ਸਾਡੀ ਭਗਤੀ ਘੱਟ ਹੈ। ਤਾਂ ਮਹਾਰਾਜ ਕਹਿੰਦੇ ਨੇ ਇਹ ਜਿਹੜੀਆਂ ਚੀਜ਼ਾਂ ਦਾ ਹਿਸਾਬ ਪਰਮਾਤਮਾ ਨਾਲ ਨਾ ਕਰ, ਪਰਮਾਤਮਾ ਨਾਲ ਕਰੇਗਾ ਤੇ ਤੂੰ ਛੁੱਟ ਨਹੀਂ ਪਾਏਗਾ। ਤਾਂ ਪਰਮਾਤਮਾ ਨੂੰ ਜਪਣਾ ਹੈ, ਹਿਰਦੇ ਨਾਲ ਜਪਣਾ ਹੈ। ਇਹ ਜਿੰਨੀ ਵੀ ਕਿਰਿਆ ਅਸੀਂ ਕਰ ਰਹੇ ਹਾਂ, ਮਹਾਰਾਜ ਕਹਿੰਦੇ ਨੇ ਜਿਹੜੀਆਂ ਉਤਲੀਆਂ ਕਿਰਿਆਵਾਂ ਦੱਸੀਆਂ ਨੇ ਇਹ ਸਭ ਕੂੜੀ ਨੇ, ਝੂਠੇ ਬੰਦੇ ਦੀਆਂ ਝੂਠੀਆਂ ਗੱਪਾਂ ਨੇ, ਇਸ ਤੋਂ ਉੱਤੇ ਕੁਛ ਨਹੀਂ ਹੈ। ਜਪੋ ਨਾਮ, ਇਹ ਨਹੀਂ ਕਹਿ ਰਹੇ ਗੁਰੂ ਸਾਹਿਬ ਵਾਹਿਗੁਰੂ ਵਾਹਿਗੁਰੂ ਨੂੰ ਕਹਿਣਾ, ਕੋ ਵਾਹਿਗੁਰੂ ਵਾਹਿਗੁਰੂ ਜਿੰਨੀ ਮਰਜ਼ੀ, ਪਰ ਉਹਨੂੰ ਹਿਰਦੇ ਦੇ ਨਾਲ ਕੋ। ਕਬੀਰ ਜਪਨੀ ਕਾਟ ਕੀ ਕਿਆ ਦਿਖਲਾਵੇ ਲੋਏ, ਕਿਉਂ ਲੋਕਾਂ ਨੂੰ ਦਿਖਾ ਕੇ ਮੈਂ ਪ੍ਰਭੂ ਪਰਮਾਤਮਾ ਦਾ ਨਾਮ ਜਪ ਰਿਹਾ। ਪਰਮਾਤਮਾ ਨੇ ਤੈਨੂੰ ਦਾਤਾਂ ਦਿੱਤੀਆਂ ਤੇ ਕਿਸੇ ਨੂੰ ਕਿਹਾ ਵੇ ਕਿ ਮੈਨੂੰ ਇੰਨੀਆਂ ਦਾਤਾਂ ਦਿੱਤੀਆਂ ਨੇ, ਪਰ ਤੂੰ ਪਰਮਾਤਮਾ ਨੂੰ ਜਪਣ ਵਕਤ ਲੋਕਾਂ ਨੂੰ ਦਿਖਾ ਕੇ ਕਹਿ ਰਿਹਾ, ਹੇ ਪਰਮਾਤਮਾ ਦੇਖ ਮੈਂ ਤੈਨੂੰ, ਲੋਕਾਂ ਨੂੰ ਤੂੰ ਦੱਸ ਰਿਹਾ ਮੈਂ ਪਰਮਾਤਮਾ ਨੂੰ, ਮੈਂ ਇੰਨਾ ਵੱਡਾ ਭਗਤ ਹਾਂ। ਨਹੀਂ ਭਾਈ, ਜਿਹਦੇ ਨਾਲ ਪਿਆਰ ਹੁੰਦਾ ਉਹ ਹਿਰਦੇ ਵਿੱਚ ਹੁੰਦਾ ਹੈ, ਤੇ ਜਿਹੜਾ ਹਿਰਦੇ ਵਿੱਚ ਹੁੰਦਾ ਹੈ ਉਹਨੂੰ ਉਹਦੇ ਵਿੱਚ ਗਿਣਤੀਆਂ ਨਹੀਂ ਲਾਈ ਜਾਂਦੀਆਂ। ਆਸ਼ਕ ਇਹ ਨਾ ਆਖੀਏ ਜੇ ਲੇਖੇ ਵਰਤੇ ਸੋਏ। ਆਸ਼ਕ ਉਹ ਨਹੀਂ ਹੈ ਜਿਹੜਾ ਲੇਖੇ ਦੇ ਵਿੱਚ ਪਰਮਾਤਮਾ ਦਾ ਨਾਮ ਜਪਦਾ ਹੋਏ। ਆਸ਼ਕ ਤੇ ਉਹ ਹੁੰਦਾ ਹੈ, ਉਹ ਤੇ ਫਿਰ ਇਹ ਸਮਝਦਾ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ। ਕਰਨਾ ਕੀ ਹੈ? ਸਿਮਰ ਸਿਮਰ ਤਿਸ ਸਦਾ ਸੰਭਾਲੇ। ਹਰ ਸਿਮਰ ਉਹਨੂੰ ਸਦਾ ਸੰਭਾਲੇ, ਭਾਵ ਯਾਦ ਕਰ। ਇੱਥੇ ਨਹੀਂ ਕਿਹਾ ਮਾਲਾ ਫੜ ਕੇ ਲੋਕਾਂ ਨੂੰ ਦਿਖਾ ਕੇ ਉਹਨੂੰ ਯਾਦ ਕਰੋ, ਨਹੀਂ। ਮਹਾਰਾਜ ਕਹਿੰਦੇ ਨੇ ਅੰਦਰ ਤੋਂ ਉਸ ਪਰਮਾਤਮਾ ਨੂੰ ਯਾਦ ਕਰ, ਉਹ ਤੇਰੇ ਸਦਾ ਹੀ ਨਾਲ ਹੈ। ਤੇਰੇ ਸਾਰੇ ਦੁੱਖ ਹਰ ਦੇਗਾ, ਖਤਮ ਕਰ ਦੇਗਾ, ਦੁੱਖ ਕੱਟ ਦੇਗਾ। ਤੇਰੀਆਂ ਬਲਾਵਾਂ ਜਿਹੜੀਆਂ ਤੈਨੂੰ ਤੰਗ ਕਰਦੀਆਂ ਨੇ ਆਤਮਿਕ ਜੀਵਨ ਵਿੱਚ, ਉਹ ਤੇਰੀਆਂ ਬਲਾਵਾਂ ਆਪੇ ਹੀ ਖਤਮ ਕਰ ਦੇਗਾ। ਪਰ ਸ਼ਰਤ ਹੈ ਪਰਮਾਤਮਾ ਦਾ ਨਾਮ ਕਿਸੇ ਗਿਣਤੀ ਮਿੰਤੀ 'ਚ ਨਾ ਲਿਆ, ਪਰਮਾਤਮਾ ਨੂੰ ਜਪਣਾ ਹੀ, ਤੇ ਜਿੰਨਾ ਵੀ ਜਪ ਓਨਾ ਘੱਟ ਹੈ। ਜਪ ਮਨ ਸਤਨਾਮ, ਸਦਾ ਸਤਨਾਮ। ਹੋਏਗਾ ਕਿ ਹਲਤ ਪਲਤ ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ, ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ, ਵਡਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ, ਇਹ ਮਤ ਦੀਨੀ ਜਪ ਹਰ ਭਵਜਲ ਤਰਨਾ। ਉਹਦਾ ਨਾਮ ਸਦਾ ਜਪ, ਜਪ ਮਨ ਸਤਨਾਮ। ਕਦੋਂ? ਸਦਾ ਸਤਨਾਮ। ਕਹੈ ਨਾਨਕ ਸਦਾ ਗਾਓ, ਇਹ ਸੱਚੀ ਬਾਣੀ। ਜੇ ਸਦਾ ਹੀ ਗਾਣੀ ਹੈ ਤੇ ਫਿਰ ਗਿਣਤੀ ਕਾਹਦੀ? ਉਹ ਸਾਨੂੰ ਹਰ ਵੇਲੇ ਸਵਾਸਾਂ ਵਾਸਤੇ ਹਵਾ ਦੇ ਰਿਹਾ, ਪੌਣ ਦੇ ਰਿਹਾ। ਉਹਨੇ ਕਦੀ ਕਿਹਾ ਸਾਡੇ ਕੰਨ 'ਚ ਆ ਕੇ ਰੱਬ ਨੇ ਕਿ ਮੈਂ ਤੈਨੂੰ ਇੰਨੇ ਸਮੇਂ ਤੋਂ ਹਵਾ ਦੇ ਰਿਹਾ ਵਾਂ, ਮੈਂ ਤਾਂ ਨਹੀਂ ਲੋਕਾਂ ਨੂੰ ਦਿਖਾ ਰਿਹਾ, ਹੁਣ ਹਵਾ ਨਜ਼ਰ ਤੇ ਨਹੀਂ ਆ ਰਹੀ, ਪਰ ਪਰਮਾਤਮਾ ਤੇ ਇਹ ਸਭ ਚੀਜ਼ਾਂ ਦੇ ਰਿਹਾ। ਤਾਂ ਗੁਰੂ ਸਾਹਿਬ ਸਾਨੂੰ ਇਹੀ ਸਮਝਾ ਰਹੇ ਨੇ, ਭਾਈ ਉਸ ਪਰਮਾਤਮਾ ਦਾ ਨਾਮ ਜਪੋ, ਉਹਦੀ ਨਦਰ ਹੇਠ ਜਪੋ, ਗਿਣਤੀਆਂ ਮਿੰਤੀਆਂ ਤੋਂ ਪਰੇ ਹੋਵੋ। ਇਹ ਗੱਲਾਂ ਜਿਹੜੀਆਂ ਵੀ ਨੇ ਇਹ ਸਭ ਝੂਠੇ ਬੰਦਿਆਂ ਦੀਆਂ ਝੂਠੀ ਗੱਪਾਂ ਨੇ, ਗੱਪਾਂ ਤੋਂ ਇਲਾਵਾ ਕੁਛ ਨਹੀਂ ਹੈ। ਸੋ ਇਤਨੀ ਕੁ ਸੇਵਾ ਪ੍ਰਵਾਨ ਕਰਨੀ। ਅੱਜ ਗੁਰੂ ਸਾਹਿਬ ਦੀ ਬਖਸ਼ੀ ਦੇ ਸਦਕੇ